ਹੈਲੋ ਸਟੂਡੈਂਟਸ, ਬੇਟੇ ਆਪਾਂ ਇਸ ਤੋਂ ਪਹਿਲੇ ਵਾਲੇ ਲੈਕਚਰ ਦੇ ਵਿੱਚ ਰਜਿਸਟਰ ਕੰਬੀਨੇਸ਼ਨ ਆਫ ਰਜਿਸਟਰਸ ਕੀਤਾ ਸੀਗਾ। ਅੱਜ ਆਪਾਂ ਉਸ ਦੇ ਬੇਸਡ ਨੂਮੈਰੀਕਲਸ ਡਿਸਕਸ ਕਰਾਂਗੇ। ਪਹਿਲਾਂ ਬੇਟੇ ਆਪਾਂ ਈਜ਼ੀ ਵਾਲੇ ਫਿਰ ਥੋੜ੍ਹੇ ਜਿਹੇ ਕੰਪਲੀਕੇਟਡ ਨੂਮੈਰੀਕਲਸ ਨੂੰ ਡਿਸਕਸ ਕਰਾਂਗੇ। ਹੁਣ ਬੇਟਾ ਫਸਟ ਨੂਮੈਰੀਕਲ ਇਸ ਦਾ ਕੀ ਹੈ? ਟੂ ਰਜਿਸਟਰਸ ਹੈਵਿੰਗ ਰੈਜ਼ਿਸਟੈਂਸ 1 ohm ਐਂਡ 2 ohm ਆਰ ਕਨੈਕਟਡ ਇਨ ਸੀਰੀਜ਼। ਵॉट इज़ द ਰੈਜ਼ਿਸਟੈਂਸ ਆਫ ਦ ਕੰਬੀਨੇਸ਼ਨ। ਬੇਟਾ ਵੈਰੀ ਸਿੰਪਲ ਨੂਮੈਰੀਕਲ ਹੈ ਕਿ ਦੋ ਰਜਿਸਟਰ ਨੇ ਜਿਨ੍ਹਾਂ ਨੂੰ ਸੀਰੀਜ਼ ਦੇ ਵਿੱਚ ਅਟੈਚ ਕੀਤਾ, ਉਹਨਾਂ ਦੀਆਂ ਵੈਲਿਊਜ਼ ਦਿੱਤੀਆਂ ਨੇ, ਤਾਂ ਆਪਾਂ ਕੀ ਫਾਈਂਡ ਕਰਨਾ ਰੈਜ਼ਿਸਟੈਂਸ ਇਸ ਕੰਬੀਨੇਸ਼ਨ ਦੀ। ਤਾਂ ਬੇਟਾ ਸਿੰਪਲ ਹੈ, ਸੀਰੀਜ਼ ਦੇ ਵਿੱਚ ਕੀ ਹੁੰਦਾ ਸੀ ਰਾਜੇ, ਆਪਣੇ ਇੰਡੀਵਿਜੂਅਲ ਰਜਿਸਟੈਂਸ ਨੂੰ ਆਪਾਂ ਐਡ ਕਰ ਲੈਂਦੇ ਸੀ। ਤਾਂ ਇੰਡੀਵਿਜੂਅਲ ਰਜਿਸਟੈਂਸ ਦੀ ਵੈਲਿਊ 1 ਤੇ ਬੇਟਾ 2 ohm ਦਿੱਤੀ ਹੈ, ਐਡ ਕਰਤਾ, ਦੈਨ ਆਪਣੇ ਕੋਲ ਕੀ ਆ ਗਈ ਬੇਟੇ, ਇਸ ਕੰਬੀਨੇਸ਼ਨ ਦੀ ਰਜਿਸਟੈਂਸ ਆ ਗਈ। ਤਾਂ ਇਹ ਬਹੁਤ ਸਿੰਪਲ ਸੀ ਬੇਟੇ। ਸਿਮਿਲਰਲੀ ਆਪਾਂ ਹੁਣ ਇੱਕ ਹੋਰ ਨੂਮੈਰੀਕਲ ਜਿਹੜਾ ਸਿੰਪਲ ਹੈ ਪੈਰਲਰ ਕੰਬੀਨੇਸ਼ਨ ਬੇਸਡ ਹੈ ਉਸ ਨੂੰ ਕਰਾਂਗੇ। ਹੁਣ ਇੱਥੇ ਕੀ ਦਿੱਤਾ ਹੋਇਆ ਰਾਜੇ, 3 ਰਜਿਸਟਰਸ ਨੇ 1 2 3 ohm ਕਨੈਕਟਡ ਇਨ ਪੈਰਲਰ, ਦੈਨ ਸ਼ੋ ਦੈਟ ਇਕੁਈਵੈਲੈਂਟ ਰਜਿਸਟੈਂਸ ਇਜ਼ ਲੈਸ ਦੈਨ ਦ ਲੀਸਟ ਵੈਲਿਊ ਆਫ ਦ ਰਜਿਸਟੈਂਸ। ਤਾਂ ਉਸਨੇ ਕਿਹਾ ਕਿ 3 ਰਜਿਸਟਰ ਨੇ ਬੇਟੇ, ਤਿੰਨੋਂ ਕੀ ਲੱਗੇ ਹੋਏ ਨੇ, ਪੈਰਲਰ ਦੇ ਵਿੱਚ ਨੇ। ਤਾਂ ਆਪਾਂ ਕੀ ਕਰਨਾ ਹੈ, ਇਕੁਈਵੈਲੈਂਟ ਜੋ ਵੀ ਇਹਦੀ ਰਜਿਸਟੈਂਸ ਆਊਗੀ ਆਪਾਂ ਸ਼ੋ ਕਰਨਾ ਹੈ ਕਿ ਆਲਵੇਜ਼ ਲੈਸ ਦੈਨ ਕਿਸ ਦੀ ਆਊਗੀ ਬੇਟੇ, ਲੀਸਟ ਵੈਲਿਊ ਆਫ। ਹੁਣ ਤਿੰਨਾਂ ਦੇ ਵਿੱਚੋਂ ਬੇਟੇ ਸਭ ਤੋਂ ਘੱਟ ਵੈਲਿਊ ਕਿਹਦੀ ਹੈ, 1 ohm ਦੀ। ਇਟ ਮੀਨਸ ਜੋ ਵੀ ਰਿਜ਼ਲਟ ਆਊਗਾ ਰਾਜੇ ਉਹ ਸਾਡਾ ਲੈਸ ਦੈਨ 1 ohm ਆਊਗਾ। ਹੁਣ ਉਹ ਆਪਾਂ ਚੈੱਕ ਕਰਾਂਗੇ। ਹੁਣ ਰਾਜੇ ਆਪਣਾ ਫਾਰਮੂਲਾ ਪੈਰਲਰ ਕੰਬੀਨੇਸ਼ਨ ਦਾ 1/rp = 1/r1 + 1/r2 + 1/r3। ਬੇਟੇ ਪੁੱਟ ਕੀਤੀਆਂ ਸਾਰੀਆਂ ਵੈਲਿਊਜ਼, ਇਸ ਨੂੰ ਸੋਲਵ ਕੀਤਾ, ਐਲਸੀਐਮ ਲਿਆ ਬੇਟਾ, 3 2 6 ਐਲਸੀਐਮ ਲੈ ਕੇ ਇਸ ਨੂੰ ਸੋਲਵ ਕੀਤਾ। 6 3 9 9 2 11 11/6 ਆ ਗਿਆ। ਇੱਧਰ ਕੀ ਬੇਟੇ 1/rp ਹੈ। ਹੁਣ ਇਸ ਨੂੰ ਇਕੱਲਾ ਕੀ ਕਰ ਦਿਓ, rp ਕਰ ਦਿਓ, ਰੈਸੀਪ੍ਰੋਕਲ ਕਰਤਾ ਤਾਂ ਇਹਦਾ ਵੀ ਰੈਸੀਪ੍ਰੋਕਲ ਹੋ ਜਾਊਗਾ 6/11 ohm। ਤਾਂ ਬੇਟਾ ਜਦੋਂ ਇਸ ਨੂੰ ਤੁਸੀਂ ਡਿਵਾਈਡ ਕਰਕੇ ਦੇਖੋਗੇ ਤਾਂ ਆਊਗਾ 0.545। ਤਾਂ ਦੇਖੋ ਲੈਸ ਦੈਨ 1 ohm ਹੈ। ਤਾਂ ਇਹੀ ਬੇਟੇ ਜੋ ਆਪਾਂ ਇੰਪੋਰਟੈਂਟ ਪੁਆਇੰਟਸ ਦੇ ਵਿੱਚ ਡਿਸਕਸ ਕੀਤਾ ਸੀ ਕਿ 1 ਜਾਂ 2 ਮਾਰਕ ਆ ਸਕਦਾ, MCQs ਦੇ ਵਿੱਚ ਆ ਸਕਦਾ। ਤਾਂ ਆਪਾਂ ਨੂੰ ਪਤਾ ਹੁੰਦਾ ਕਿ ਉਹ ਕੀ ਹੈ, ਪੈਰਲਰ ਕੰਬੀਨੇਸ਼ਨ ਦੇ ਵਿੱਚ ਆਲਵੇਜ਼ ਲੈਸ ਦੈਨ ਲੀਸਟ ਵੈਲਿਊ ਆਊਗਾ। ਨਾ ਬੇਟੇ ਥਰਡ ਨੂਮੈਰੀਕਲ ਕੰਬੀਨੇਸ਼ਨ ਆ ਗਿਆ, ਦੋਨੋਂ ਆਪਣੇ ਕੋਲ ਸੀਰੀਜ਼ ਔਰ ਪੈਰਲਰ ਦਾ। ਹੁਣ ਬੇਟੇ ਇਸ ਦੇ ਵਿੱਚ ਉਸਨੇ ਕੀ ਕੈਲਕੂਲੇਟ ਕਰਨਾ ਹੈ, ਕਰੰਟ ਇਨ ਦਿਸ ਸਰਕਿਟ। ਤਾਂ ਅਗਰ ਆਪਾਂ ਬੇਟੇ ਕੈਲਕੂਲੇਟ ਕਰਨਾ ਹੈ ਕਰੰਟ ਕੀ ਹੈ, V = IR ਹੈ। V ਆਪਣੇ ਕੋਲ ਗਿਵਨ ਹੈ ਬੇਟੇ, I ਆਪਾਂ ਫਾਈਂਡ ਕਰਨਾ ਹੈ, R ਹੈ ਜਿਹੜਾ ਇਸ ਕੰਬੀਨੇਸ਼ਨ ਤੋਂ ਆਪਾਂ ਕੀ ਕਰ ਲਾਂਗੇ, ਫਾਈਂਡ ਕਰ ਲਾਂਗੇ। ਤਾਂ ਹੁਣ ਦੇਖੋ ਬੇਟੇ R2 ਤੇ R3 ਦੋਨੋਂ ਪੈਰਲਰ ਦੇ ਵਿੱਚ ਨੇ। ਤਾਂ ਆਪਾਂ ਕੀ ਕਰਾਂਗੇ, ਇਸ ਪੈਰਲਰ ਕੰਬੀਨੇਸ਼ਨ ਨੂੰ ਸੋਲਵ ਕਰ ਲਾਂਗੇ। ਤਾਂ ਆਪਣੇ ਕੋਲ ਇਹਦੇ ਇਕੁਈਵੈਲੈਂਟ ਇੱਕ ਰੈਜ਼ਿਸਟੈਂਸ ਆ ਜੂਗੀ, ਉਹ ਇਹਦੇ ਨਾਲ ਕੀ ਹੋਊਗੀ ਰਾਜੇ, ਸੀਰੀਜ਼ ਦੇ ਵਿੱਚ ਹੋਊਗੀ। ਤਾਂ ਇੱਥੋਂ ਆਪਾਂ R ਦੀ ਵੈਲਿਊ ਨੂੰ ਫਾਈਂਡ ਆਊਟ ਕਰ ਲਾਂਗੇ। ਤਾਂ ਬੇਟੇ R2 ਤੇ R3 ਕੀ ਸੀਗੇ, ਪੈਰਲਰ ਦੇ ਵਿੱਚ। ਤਾਂ ਬੇਟੇ ਆਪਾਂ ਉਹੀ ਵਾਲਾ ਫਾਰਮੂਲਾ ਜਿਹੜਾ ਕਰਦੇ ਸੀਗੇ, ਮੈਂ ਇੰਪੋਰਟੈਂਟ ਪੁਆਇੰਟਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਅਗਰ ਦੋ ਪੈਰਲਰ ਕੰਬੀਨੇਸ਼ਨ ਦੇ ਵਿੱਚ ਰਜਿਸਟਰ ਨੇ ਤਾਂ ਆਪਾਂ ਵਾਲਾ ਫਾਰਮੂਲਾ ਯੂਜ਼ ਕਰਦੇ ਹਾਂ, ਹੈ ਨਾ। ਤਾਂ ਉਹੀ ਬੇਟੇ ਵੈਲਿਊਜ਼ ਪੁੱਟ ਕਰੋਗੇ ਤਾਂ ਤੁਹਾਡੇ ਕੋਲ ਇਹ ਆ ਜਾਊਗਾ 12/7 ohm। ਹੁਣ ਉਹ R' ਕੀ ਹੈ ਬੇਟੇ, R1 ਨਾਲ ਸੀਰੀਜ਼ ਦੇ ਵਿੱਚ, ਸੀਰੀਜ਼ ਦੇ ਵਿੱਚ ਆਪਾਂ ਸਿੰਪਲੀ ਦੋਨਾਂ ਨੂੰ ਕੀ ਕਰ ਦਾਂਗੇ ਬੇਟੇ, ਐਡ ਕਰ ਦਾਂਗੇ। ਤਾਂ ਆਪਣੇ ਕੋਲ R ਦੀ ਵੈਲਿਊ ਆ ਗਈ। ਹੁਣ ਆਪਾਂ ਫਾਈਂਡ ਕੀ ਕਰਨਾ ਸੀ ਰਾਜੇ, I ਫਾਈਂਡ ਆਊਟ ਕਰਨਾ ਸੀ। ਤਾਂ I ਕੀ ਹੋ ਗਿਆ ਬੇਟੇ, ਅਕੋਰਡਿੰਗ ਟੂ ਓਮਸ ਲੋ V/R। ਠੀਕ ਹੈ ਜੀ, ਵੈਲਿਊ ਸਬਸਟੀਟਿਊਟ ਕਰ ਦਿਓ ਬੇਟੇ, 21/6 ਆ ਜਾਊਗਾ। ਇਸ ਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆ ਗਿਆ ਬੇਟੇ 0.81 ਐਂਪੀਅਰ। ਹੁਣ ਰਾਜੇ ਨੈਕਸਟ ਥੋੜ੍ਹਾ ਜਿਹਾ ਹੋਰ ਕੰਪਲੀਕੇਟਡ, ਹਲਕਾ ਜਿਹਾ ਕੰਪਲੀਕੇਟਡ ਬੇਟੇ, ਕੋਈ ਬਹੁਤੇ ਜ਼ਿਆਦਾ ਟਫ ਨੂਮੈਰੀਕਲਸ ਨਹੀਂ ਹੈਗੇ। ਬਸ ਆਪਣੇ ਮਾਈਂਡ ਦੇ ਵਿੱਚ ਰੱਖੋ ਇੰਪੋਰਟੈਂਟ ਪੁਆਇੰਟਸ ਕੀ ਨੇ, ਸੀਰੀਜ਼ ਦੇ ਵਿੱਚ ਕੀ ਹੁੰਦਾ ਹੈ, ਪੈਰਲਰ ਦੇ ਵਿੱਚ ਕੀ ਹੁੰਦਾ ਹੈ, ਵੋਲਟੇਜ ਸੇਮ ਹੈ, ਕਰੰਟ ਸੇਮ ਹੈ, ਬਸ ਇੰਨਾ ਕੁ ਮਾਈਂਡ ਦੇ ਵਿੱਚ ਰੱਖਣਾ। ਤਾਂ ਬੇਟੇ ਬੜੇ ਈਜ਼ਲੀ ਤੁਸੀਂ ਇਹਨਾਂ ਨੂਮੈਰੀਕਲਸ ਨੂੰ ਸੋਲਵ ਕਰ ਲਓਗੇ। ਨਾ ਬੇਟਾ ਫੋਰਥ ਨੂਮੈਰੀਕਲ ਕੀ ਹੈ, ਪੈਰਲਰ ਕੰਬੀਨੇਸ਼ਨ ਹੈ 3 ਰੈਜ਼ਿਸਟੈਂਸ ਦਾ, ਵਿਚ ਟੇਕਸ ਅ ਕਰੰਟ ਬੇਟੇ 7.5 ਐਂਪੀਅਰ ਫਰੋਮ ਅ 30 watt battery if two resistance are 10 ohm and 12 ohm find the third resistance। ਤਾਂ ਬੇਟੇ ਸਭ ਤੋਂ ਪਹਿਲਾਂ ਗਿਵਨ ਵੈਲਿਊਜ਼ ਲਿਖ ਲਿਆ ਕਰੋ। I ਦਿੱਤਾ ਹੋਇਆ ਆਪਾਂ ਨੂੰ, V ਆਲਸੋ, R1 R2 R3 ਨੂੰ ਆਪਾਂ ਫਾਈਂਡ ਆਊਟ ਕਰਨਾ ਹੈ। ਤਾਂ ਹੁਣ ਆਪਾਂ ਇਸ ਤਾਂ ਬੇਟੇ R V/I ਹੈ, V ਆਪਣੇ ਕੋਲ ਗਿਵਨ ਹੈ 7.5, I ਆਪਾਂ ਨੂੰ ਦਿੱਤਾ ਹੋਇਆ। ਤਾਂ ਇੱਥੋਂ ਕੀ ਆ ਗਿਆ ਬੇਟੇ, R ਦੀ ਵੈਲਿਊ ਫਾਈਂਡ ਆਊਟ ਕਰ ਲਈ। ਹੁਣ ਆਪਾਂ ਪੈਰਲਰ ਕੰਬੀਨੇਸ਼ਨ ਵਾਲਾ ਫਾਰਮੂਲਾ ਦੇਖੋ, R ਵੀ ਆ ਗਿਆ, R1 ਹੈਗਾ, R2 ਆ ਗਿਆ। ਤਾਂ ਸਿੰਪਲੀ ਆਪਣੇ ਕੋਲ ਇੱਕ ਵੈਲਿਊ ਨਹੀਂ ਹੈਗੀ ਤਾਂ ਇਸ ਨੂੰ ਈਜ਼ਲੀ ਸੋਲਵ ਕਰ ਲਾਂਗੇ।
ਇਸ ਟਰਮ ਨੂੰ ਬੇਟੇ ਇੱਧਰ ਰੱਖ ਲਓ, ਆਹ ਸਾਰੀਆਂ ਦੋਨੋਂ ਟਰਮਸ ਨੂੰ ਦੂਜੀ ਸਾਈਡ ਲੈ ਕੇ ਜਾਓਗੇ ਤਾਂ ਨੈਗੇਟਿਵ ਦੇ ਵਿੱਚ ਆ ਜਾਊਗਾ। ਠੀਕ ਹੈ, ਉਸ ਤੋਂ ਬਾਅਦ ਬੇਟੇ ਸਬਸਟੀਟਿਊਟ ਕਰਕੇ ਵੈਲਿਊਜ਼ ਸਿੰਪਲੀ ਤੁਸੀਂ ਕੀ ਕਰਨਾ, ਪਹਿਲਾਂ ਇਸ ਨੂੰ ਸੋਲਵ ਕਰ ਲਓ, ਇਸ ਨੂੰ ਸੋਲਵ ਕੀਤਾ ਤਾਂ 11/60 ਆ ਗਿਆ। ਹੁਣ ਦੋਨਾਂ ਦਾ ਐਲਸੀਐਮ ਲੈ ਕੇ ਬੇਟੇ ਇਸ ਨੂੰ ਸੋਲਵ ਕਰ ਲਓ ਤਾਂ 1/R3 ਆਪਣੇ ਕੋਲ ਆ ਗਿਆ 1/15 ਤਾਂ R3 ਕੀ ਆ ਗਿਆ ਬੇਟੇ 15 ਓਮ। ਬੇਟੇ ਇੱਥੇ ਇੱਕ ਗੱਲ ਮਾਈਂਡ ਦੇ ਵਿੱਚ ਜ਼ਰੂਰ ਰੱਖਣੀ ਹੈ, ਜਦੋਂ ਵੀ ਤੁਸੀਂ ਕੀ ਕਰਦੇ ਹੋ ਇੱਥੋਂ ਤੱਕ ਛੱਡ ਦਿੰਦੇ ਹੋ ਤਾਂ ਆਪਾਂ ਕੀ ਕਰਨਾ ਹੁੰਦਾ, ਤਾਂ ਰੈਸੀਪ੍ਰੋਕਲ ਕਰਕੇ ਇਕੱਲੇ ਰੈਜ਼ਿਸਟੈਂਸ ਦੀ ਵੈਲਿਊ ਫਾਈਂਡ ਆਊਟ ਕਰਨੀ ਹੁੰਦੀ ਹੈ। ਤਾਂ ਐਂਡ ਤੁਸੀਂ ਇਸ ਨੂੰ ਕੀ ਕਰੋਗੇ, ਰੈਸੀਪ੍ਰੋਕਲ ਕਰੋਗੇ। ਨਾਓ ਬੇਟੇ ਨੈਕਸਟ ਨੂਮੈਰੀਕਲ, ਅ ਰੈਜ਼ਿਸਟਰ ਆਫ 24 ohm resistance is bent in the form of a circle as shown in figure। ਕਹਿੰਦਾ ਕਿ 24 ohm ਦੀ ਰੈਜ਼ਿਸਟੈਂਸ ਹੈ, ਰੈਜ਼ਿਸਟੈਂਸ ਦਾ ਰੈਜ਼ਿਸਟਰ ਹੈ ਜਿਸ ਨੂੰ ਆਪਾਂ ਕੀ ਹੈ ਸਰਕਲ ਦੇ ਵਿੱਚ ਬੈਂਡ ਕੀਤਾ। ਵਾਟ ਇਜ਼ ਦ ਇਫੈਕਟਿਵ ਰੈਜ਼ਿਸਟੈਂਸ ਬਿਟਵੀਨ A ਐਂਡ B। ਆਪਾਂ ਇਹਨਾਂ ਪੁਆਇੰਟਸ ਦੇ ਵਿੱਚ ਕੀ ਕਰਨਾ ਹੈ ਰਾਜੇ, ਇਫੈਕਟਿਵ ਰੈਜ਼ਿਸਟੈਂਸ ਨੂੰ ਫਾਈਂਡ ਆਊਟ ਕਰਨਾ ਹੈ। ਤਾਂ ਹੁਣ ਰਾਜੇ ਦੇਖੋ ਆਪਾਂ ਕੀ ਕਰਾਂਗੇ, ਆਪਾਂ ਇਸ ਪੋਰਸ਼ਨ ਦੀ ਜਿਹੜੀ ਰੈਜ਼ਿਸਟੈਂਸ ਹੈ ਉਸ ਨੂੰ ਫਾਈਂਡ ਆਊਟ ਕਰ ਲਾਂਗੇ। ਠੀਕ ਹੈ, ਸਾਰੇ ਦੀ ਆਪਾਂ ਨੂੰ 24 ਦਿੱਤੀ ਹੋਈ ਹੈ ਰਾਜੇ, ਇਹਦੀ ਆਪਾਂ ਫਾਈਂਡ ਆਊਟ ਕਰ ਲਾਂਗੇ, ਫਿਰ 24 'ਚ ਉਸ ਨੂੰ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ 2 ਆ ਜਾਣਗੀਆਂ ਬੇਟੇ। ਉਸ ਤੋਂ ਬਾਅਦ ਆਪਣਾ ਪੈਰਲਲ ਕੰਬੀਨੇਸ਼ਨ ਦਾ ਫਾਰਮੂਲਾ ਲਗਾ ਕੇ ਆਪਾਂ ਕੀ ਕਰਾਂਗੇ, ਇਹਨਾਂ ਪੁਆਇੰਟਸ ਦੇ ਬਿਟਵੀਨ ਕੀ ਕਰ ਲਾਂਗੇ, ਵੈਲਿਊ ਨੂੰ ਰਾਜੇ। ਹੁਣ ਉਹਦੇ ਕਿਵੇਂ ਕਰਾਂ, 60 ਐਂਗਲ ਸੀ ਬੇਟੇ ਡਿਵਾਈਡਡ ਬਾਈ 360 ਇੰਟੂ 24 ਬੇਟੇ। ਉਸ ਐਂਗਲ ਨੂੰ ਪਹਿਲਾਂ ਤਾਂ ਆਪਾਂ ਡਿਵਾਈਡ ਕਰਤਾ, ਹੋਲ ਆਪਣੇ ਕੋਲ 360 ਦਾ ਹੁੰਦਾ ਹੈ। ਹੁਣ ਉਸ ਪੋਰਸ਼ਨ ਦੀ ਸਾਰੇ ਦੀ ਕਿੰਨੀ ਹੈ ਬੇਟੇ 24। ਠੀਕ ਹੈ, ਇਸ ਨੂੰ ਮਲਟੀਪਲਾਈ ਕਰਕੇ ਜਿਹੜੇ 60 ਡਿਗਰੀ ਦਾ ਪੋਰਸ਼ਨ ਹੈ ਉਸ ਦੇ ਕੋਰਸਪੋਂਡਿੰਗ ਆਪਣੇ ਕੋਲ ਕੀ ਆ ਗਈ ਬੇਟੇ 4 ਓਮ ਆ ਗਈ। ਰਿਮੇਨਿੰਗ ਪੋਰਸ਼ਨ ਦੀ ਕੀ ਆ ਗਈ ਬੇਟੇ 24 ਮਾਈਨਸ 4 ਤਾਂ ਉਹ ਕੀ ਆ ਗਈ ਆਪਣੇ ਕੋਲ 20। ਤਾਂ 2 ਰੈਜ਼ਿਸਟੈਂਸ ਆ ਗਈਆਂ ਬੇਟੇ, ਪੈਰਲਲ ਦਾ ਫਾਰਮੂਲਾ ਲਗਾਇਆ, ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਈ ਬੇਟੇ ਇਫੈਕਟਿਵ ਰੈਜ਼ਿਸਟੈਂਸ ਆ ਗਈ ਇਨ ਬਿਟਵੀਨ ਦ ਪੁਆਇੰਟਸ A ਐਂਡ B। ਨਾਓ ਨੈਕਸਟ ਨੂਮੈਰੀਕਲ ਰਾਜੇ, 2 resistors ਨੇ ਬੇਟਾ which are in ratio 1:4 if these are connected in parallel their total resistance becomes 20 ohm। find the value of each resistance। ਬੇਟੇ ਆਪਾਂ ਨੂੰ 2 resistance ਨੇ ਜਿਨ੍ਹਾਂ ਦੀ ਰੇਸ਼ੀਓ ਦਿੱਤੀ ਹੋਈ ਹੈ ਤੇ ਬੋਲੇ ਕਿ ਉਹ ਪੈਰਲਲ ਦੇ ਵਿੱਚ ਕਨੈਕਟ ਨੇ ਤੇ ਉਹਨਾਂ ਦੀ ਟੋਟਲ ਰੈਜ਼ਿਸਟੈਂਸ ਹੈ ਜਿਹੜੀ ਉਹ ਕੀ ਹੈ ਆਪਣੇ ਕੋਲ 20 ohm ਹੈ। ਤਾਂ ਆਪਾਂ ਹਰ ਇੱਕ ਦੋਨਾਂ ਜਿਹੜੇ ਰੈਜ਼ਿਸਟਰਸ ਨੇ ਉਹਨਾਂ ਦੀ ਵੈਲਿਊ ਨੂੰ ਫਾਈਂਡ ਆਊਟ ਕਰਨਾ ਹੈ। ਤਾਂ ਆਪਣੇ ਕੋਲ ਗਿਵਨ ਕੀ ਹੈ ਬੇਟੇ R1/R2 ਇਕੁਅਲਸ ਟੂ ਕੀ ਹੈ 1/4 ਜੋ ਆਪਾਂ ਨੂੰ ਰੇਸ਼ੀਓ ਦੇ ਵਿੱਚ ਦਿੱਤਾ ਹੋਇਆ। R1 ਕੀ ਆ ਗਿਆ ਬੇਟੇ R2/4 ਆ ਗਿਆ। ਕਹਿੰਦਾ ਕਿ ਜਦੋਂ ਤੁਸੀਂ ਇਹਨਾਂ ਰੈਜ਼ਿਸਟੈਂਸ ਨੂੰ ਕਨੈਕਟ ਕਰੋਗੇ ਪੈਰਲਲ ਦੇ ਵਿੱਚ, ਪੈਰਲਲ ਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ ਰਾਜੇ R1 R2 R1 + R2। ਹੁਣ ਬੇਟੇ R1 ਦੀ ਵੈਲਿਊ ਆਪਾਂ ਨੂੰ ਪਤਾ ਹੈ, ਦੇਖੋ ਇਨ ਟਰਮਸ ਆਫ R2 ਹੈ, ਇੱਥੇ ਪੁੱਟ ਕਰੋ ਸਾਰੀਆਂ ਵੈਲਿਊਜ਼ ਕੀ ਆ ਜਾਣਗੀਆਂ ਬੇਟੇ R2 ਦੇ ਵਿੱਚ ਆ ਜਾਣਗੀਆਂ। ਜਦੋਂ ਇਹਨੂੰ ਸੋਲਵ ਕਰੋਗੇ ਰਾਜੇ ਤਾਂ R2/5 ਆ ਗਿਆ। ਠੀਕ ਹੈ, ਹੁਣ R ਆਪਾਂ ਨੂੰ ਕੀ ਦਿੱਤੀ ਹੋਈ ਹੈ ਰਾਜੇ 20 ਓਮ ਦਿੱਤਾ ਹੋਇਆ। R2 ਨੂੰ ਕਿਵੇਂ ਕਰਾਂਗੇ 5 × 20 ਕੀ ਹੋ ਜਾਊਗਾ ਬੇਟੇ 100 ਹੋ ਜਾਊਗਾ ਤਾਂ R2 ਵੀ ਆ ਗਿਆ। ਹੁਣ ਇਕੱਲਾ ਕੀ ਰਹਿ ਗਿਆ ਰਾਜੇ R1 ਫਾਈਂਡ ਆਊਟ ਕਰਨਾ ਹੈ। R1 ਕੀ ਸੀ ਆਪਣੇ ਕੋਲ R2/4 ਸੀਗਾ, ਇੱਥੇ ਵੈਲਿਊ ਪੁੱਟ ਕਰ ਦਿਓ ਆਪਣੇ ਕੋਲ ਕੀ ਆ ਗਿਆ ਬੇਟੇ 25 ਓਮ ਆ ਗਿਆ। ਠੀਕ ਹੈ ਜੀ, ਤਾਂ ਬੇਟੇ ਅੱਜ ਲਈ ਇੰਨਾ ਹੀ, ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।